ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਤੇ ਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲਹਿ ਬਾਣ ਬੇਦੰਚ ਕੁਰੰਕ ਨਾਦੰ ਅਲਬੰਦਨ ਕੁਸਮ ਬਾਸੁਨਹਿ ਤੇ ਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲਹਿ ਬਾਣ ਬੇਦੰਚ ਕੁਰੰਕ ਨਾਦੰ ਅਲਬੰਦਨ ਕੁਸਮ ਬਾਸੁਨਹਿ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨਾ ਰੁਚਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਜੈਤਸਰੀ ਰਾਗ ਦੀ ਵਾਰ ਦੀ 12ਵੀਂ ਪੌੜੀ ਸਲੋਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 708 ਤੇ ਸੁਭਾਈਮਾਨ ਹੈ। ਸਲੋਕ ਵੀ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਸਲੋਕਾਂ ਦੇ ਰਾਹੀਂ, ਪੌੜੀ ਦੇ ਰਾਹੀਂ ਜੋ ਉਪਦੇਸ਼ ਸਤਿਗੁਰੂ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਕਿਰਪਾ ਕਰਦੇ ਨੇ, ਤਿਸ ਨੂੰ ਸਰਵਨ ਕਰਨ ਦੇ ਲਈ ਤਥਾ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਤਿਸ ਦੇ ਸੰਬੰਧ ਵਿੱਚ ਵੀ ਆਪਾਂ ਸਮੇਂ ਦੇ ਮੁਤਾਬਕ ਗੁਰੂ ਕਿਰਪਾ ਦੇ ਨਾਲ ਵਿਚਾਰ ਕਰਨੀ। ਆਓ ਸਭ ਤੋਂ ਪਹਿਲਾਂ ਸ਼ਬਦ ਦੀ ਵਿਚਾਰ ਕਰੀਏ।
ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਜੀਵਨ ਸੰਬੰਧੀ ਵਿਚਾਰਾ ਕਰਾਂਗੇ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਲੋਕ ਕਾਵ ਦੀ ਇੱਕ ਵੰਨਗੀ ਹੈ, ਕਿਸਮ ਜਿਹਨੂੰ ਆਪਾਂ ਕਹਿ ਲਈਏ। ਜਿਵੇਂ ਦੋਹਰੇ, ਚੌਪਈ, ਇਸੇ ਤਰ੍ਹਾਂ ਸਲੋਕ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਸ ਤੌਰ ਤੇ ਵਾਰਾਂ ਦੇ ਅੰਦਰ ਤੇ ਕਈ ਸ਼ਬਦਾਂ ਦੇ ਵਿੱਚ ਵੀ ਵਰਤੇ ਹਨ। ਸਲੋਕ ਇੱਕ ਕਵਿਤਾ ਦੀ ਕਿਸਮ ਹੈ, ਵੰਨਗੀ ਹੈ। ਤੇ ਕਤ ਜਲੰ ਨਹਿ ਜੀਵ ਮੀਨੰ। ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਤਿਆਗਤ ਜਲੰ ਨਹਿ ਜੀਵ ਮੀਨੰ। ਪਾਣੀ ਨੂੰ ਤਿਆਗ ਕੇ ਮੱਛੀ ਜਿੰਦੀ ਨਹੀਂ ਰਹਿ ਸਕਦੀ, ਜਿਉ ਨਹੀਂ ਸਕਦੀ। ਇਉਂ ਕਹਿ ਲਈਏ ਕਿ ਮੱਛੀ ਦਾ ਜੀਵਨ ਜਿਹੜਾ ਹੈ ਉਹ ਪਾਣੀ ਹੈ। ਵਿਦਵਾਨ ਇੱਥੋਂ ਤੱਕ ਲਿਖਦੇ ਨੇ ਕਿ ਜੇ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਦੁੱਧ ਵਿੱਚ ਵੀ ਪਾ ਦਿੱਤਾ ਜਾਵੇ ਤੇ ਉਸ ਵਿੱਚ ਵੀ ਜ਼ਿੰਦੀ ਨਹੀਂ ਰਹਿ ਸਕਦੀ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੜੀ ਜਗ੍ਹਾ ਨਾਮ ਜਪਣ ਦੀ ਗੱਲ ਕਰਦੇ ਆ, ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਣ ਦੀ ਗੱਲ ਕਰਦੇ ਆ, ਗੁਰੂ ਚਰਨਾਂ ਦੇ ਨਾਲ ਜੁੜਨ ਦੀ ਗੱਲ ਕਰਦੇ ਆ, ਮੱਛੀ ਦੀ ਉਦਾਹਰਨ ਦਿੱਤੀ। ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ ਬਹੁਤ ਕਮਾਲ ਹੀ ਕਰ ਦਿੱਤੀ ਕਿ ਮੱਛੀ ਦੀ ਪਾਰੀ ਨਾਲ ਕਿੰਨੀ ਕੁ ਪ੍ਰੀਤ ਹੈ। ਉੱਥੇ ਆਖਦੇ ਨੇ, ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਮੱਛੀ ਨੂੰ ਫੜਨ ਵਾਲੇ ਨੇ ਫੜ ਲਿਆ, ਉਹਨੂੰ ਕੱਟਿਆ। ਬਹੁ ਬਾਣੀ ਤੋਂ ਭਾਵ ਕਈ ਤਰ੍ਹਾਂ ਦੇ ਉਹਨੇ ਜਿਹੜੇ ਨੇ ਨਾ ਉਸ ਦੇ ਪਦਾਰਥ ਬਣਾਏ। ਰਾਂਦ ਕੀਓ ਭਾਵ ਰਿੰਨ ਕੇ। ਬਹੁ ਬਾਣੀ ਤੋਂ ਭਾਵ ਕਈ ਤਰ੍ਹਾਂ ਦੇ ਉਸ ਦੇ ਪਦਾਰਥ ਬਣਾਏ। ਖਾਣ ਵਾਲਿਆਂ ਨੇ ਆਪਣੇ ਢੰਗ ਨਾਲ ਉਹਨੂੰ ਵਰਤਿਆ। ਪਰ ਭਗਤ ਜੀ ਕਹਿੰਦੇ ਨੇ, ਮੱਛੀ ਖੰਡ ਖੰਡ ਹੋ ਗਈ, ਟੋਟੇ ਟੋਟੇ ਹੋ ਗਈ, ਪਰ ਪਾਣੀ ਫਿਰ ਵੀ ਉਹਨੂੰ ਨਹੀਂ ਵਿਸਰਿਆ। ਮੱਛੀ ਖਾਣ ਵਾਲਾ ਵੀ ਪਾਣੀ ਮੰਗਦਾ ਹੈ। ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨ, ਜਿਹ ਬਿਦ ਜਲ ਕੋ ਮੀਨ। ਰਹੀਮ ਭਗਤ ਨੇ ਬੜੀ ਸੁੰਦਰ ਗੱਲ ਕਹੀ। ਉਹ ਕਹਿੰਦੇ ਨੇ, ਸਰੋਵਰ ਸੁੱਕ ਗਿਆ ਤੇ ਜਿਨ੍ਹਾਂ ਨੂੰ ਖੰਭ ਲੱਗੇ ਹੋਏ ਸਨ ਪੰਛੀਆਂ ਨੂੰ, ਉੱਡ ਕੇ ਹੋਰ ਜਗ੍ਹਾ ਤੇ ਚਲੇ ਗਏ। ਪਰ ਮੱਛੀ ਵਿਚਾਰੀ ਜਿੰਦੇ ਕੋਲ ਖੰਭ ਵੀ ਨਹੀਂ, ਉੱਡ ਕੇ ਕਿੱਥੇ ਜਾਏ।
ਕਿੱਥੇ ਜਾਏ? ਉਹ ਆਖਦੇ ਨੇ ਸਰ ਸੂਕੇ ਪੰਖੀ ਉਡੇ ਔਰ ਦੇਸ਼ ਸਿਧਾਏ, ਨੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਥ ਜਾਏ। ਉਹ ਕਿੱਥੇ ਜਾਏਗੀ? ਭਾਵ ਮੱਛੀ ਪਾਣੀ ਨੂੰ ਛੱਡ ਕੇ ਨਹੀਂ ਜਾਂਦੀ। ਪਾਣੀ ਵਿੱਚ ਰਹਿਣ ਵਾਲੇ ਹੋਰ ਵੀ ਬੜੇ ਜੀਵ ਨੇ, ਡੱਡੂ ਹੈ, ਮਗਰਮੱਛ ਹਨ, ਕੱਛੂ ਕੁੰਮੇ ਹਨ, ਪਰ ਬਾਣੀ ਅੰਦਰ ਜਦੋਂ ਪ੍ਰੀਤ ਕਰਨ ਦੀ ਗੱਲ ਕੀਤੀ ਜਾਂ ਨਾਮ ਜਪਦਿਆਂ ਵਾਹਿਗੁਰੂ ਨਾਲ ਜੁੜਨ ਦੀ ਗੱਲ ਕੀਤੀ ਤੇ ਉਦਾਹਰਨ ਜਿਹੜੀ ਨਾ ਉਹ ਮੱਛੀ ਦੀ ਦਿੱਤੀ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪਾਣੀ ਛੱਡ ਕੇ ਮੱਛੀ ਜਿੰਦੀ ਨਹੀਂ ਰਹਿ ਸਕਦੀ। ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਮੇਘ ਮੰਡਲ ਹੈ। ਮੇਘ ਕਹਿੰਦੇ ਨੇ ਬੱਦਲ ਨੂੰ। ਮੰਡਲ ਜਿਹੜਾ ਮੰਡਲ ਸ਼ਬਦ ਹੈ, ਮੰਡਲ ਸ਼ਬਦ ਜਿਹੜਾ ਹੈ ਇਹ ਇਲਾਕੇ ਵਾਸਤੇ ਵਰਤਿਆ ਜਾਂਦਾ ਹੈ। ਮੰਡਲ ਇੱਥੇ ਭਾਵ ਜਿਹੜਾ ਚਾਤ੍ਰਿਕ ਹੈ ਉਹ ਬੱਦਲਾਂ ਦੇ ਦੇਸ਼ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ, ਕਿਉਂਕਿ ਸਵਾਤੀ ਬੂੰਦ ਹੀ ਉਸ ਦੇ ਜੀਵਨ ਦਾ ਆਧਾਰ ਹੈ। ਆਪਾਂ ਪੜ੍ਹਦੇ ਹਾਂ ਨਾ ਬਹੁਤ ਵਾਰੀ ਇਹ ਬਚਨ, ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ। ਕਿਉਂਕਿ ਚਾਤ੍ਰਿਕ ਚਿਤਵਤ ਬਰਸਤ ਮੇਹ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇਹ। ਜਿਹੜਾ ਚਾਤ੍ਰਿਕ ਹੈ, ਬਬੀਹਾ ਹੈ, ਉਹ ਬਦਲਾਂ ਦੇ ਦੇਸ਼ ਨੂੰ ਨਹੀਂ ਛੱਡਦਾ। ਬਾਣ ਬੇਦੰਚ ਕੁਰੰਕ ਨਾਦੰ। ਜਿਹੜਾ ਕੁਰੰਕ ਹੈ, ਨਾਦੰ ਕਹਿੰਦੇ ਨੇ ਰਾਗ ਨੂੰ, ਉਹ ਰਾਗ ਨੂੰ ਸੁਣ ਕੇ ਆਪਣੀ ਰਾਗ ਰੂਪੀ ਤੀਰ ਦੇ ਨਾਲ ਪ੍ਰਾਣ ਤਾਂ ਵਿੰਨ ਲੈਂਦਾ ਹੈ। ਭਾਵ ਹਰਨ ਨੂੰ ਫੜਨ ਵਾਲਾ ਕੀ ਕਰਦਾ ਹੈ? ਉਹ ਕੰਡੇ ਹੇੜੇ ਰੂਪੀ ਜੰਤਰ ਨੂੰ ਲਾ ਕੇ, ਉਹ ਕੀ ਹੈ, ਘੜੇ ਦੇ ਮੂੰਹ ਤੇ ਚਮੜਾ ਬੰਨ ਕੇ ਉਸ ਵਿੱਚੋਂ ਇੱਕ ਰਾਗ ਕੱਢਿਆ ਜਾਂਦਾ ਹੈ। ਜਿਸ ਰਾਗ ਨੂੰ ਹਰਨ ਸੁਣਨ ਵਿੱਚ ਮਸਤ ਹੋ ਜਾਂਦਾ ਹੈ ਤੇ ਜਿਹੜੇ ਹਰਨ ਨੂੰ ਫੜਨ ਵਾਲੇ ਨੇ ਉਹ ਆ ਕੇ ਉਸ ਨੂੰ ਕਾਬੂ ਕਰ ਲੈਂਦੇ ਨੇ। ਮਹਾਰਾਜ ਆਖਦੇ ਨੇ ਰਾਗ ਰੂਪੀ ਤੀਰ ਦੇ ਨਾਲ ਜਿਹੜਾ ਹੈ ਨਾ ਉਹ ਹਿਰਨ ਵਿੰਨਿਆ ਜਾਂਦਾ ਹੈ। ਅਲ ਬੰਧਨ ਕੁਸਮ ਬਾਸੁਨ ਹੈ। ਤੇ ਜਿਹੜਾ ਅਲ ਹੈ, ਅਲ ਕਹਿੰਦੇ ਨੇ ਭਵਰੇ ਨੂੰ, ਉਹ ਫੁੱਲ ਦੀ ਸੁਗੰਧੀ ਦੇ ਅੰਦਰ ਹੀ ਫਸ ਜਾਂਦਾ ਹੈ। ਕਿਉਂਕਿ ਕਮਲ ਫੁੱਲ ਸੂਰਜ ਚੜ੍ਹਨ ਨਾਲ ਖਿੜਦਾ ਹੈ ਤੇ ਸੂਰਜ ਜਦੋਂ ਬੰਦ ਹੁੰਦਾ ਹੈ ਤੇ ਉਸ ਵੇਲੇ ਉਹ ਵੀ ਬੰਦ ਹੋ ਜਾਂਦਾ ਹੈ। ਬਿਲਕੁਲ ਜਦੋਂ ਭਵਰਾ ਬਾਸਨਾ ਲੈਣ ਵਾਸਤੇ ਆਂਦਾ ਹੈ ਤੇ ਕਹਿੰਦੇ ਨੇ ਬਾਸਨਾ ਦੇ ਵਿੱਚ ਇੰਨਾ ਕੁ ਮਸਤ ਹੁੰਦਾ ਹੈ ਕਿ ਜਦੋਂ ਉਹ ਕਮਲ ਫੁੱਲ ਮਿਟਦਾ ਹੈ ਉਸ ਦੇ ਅੰਦਰ ਹੀ ਉਸ ਦੇ ਵੀ ਪ੍ਰਾਣ ਨਿਕਲ ਜਾਂਦੇ ਹਨ। ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਨ ਨਾ ਰੁਚਤੇ। ਇਹ ਚਾਰ ਉਦਾਹਰਨਾਂ ਦਿੱਤੀਆਂ ਹਨ, ਮੱਛੀ ਦੀ, ਬਬੀਹੇ ਦੀ, ਹਰਨ ਦੀ ਤੇ ਨਾਲ ਹੀ ਭਵਰੇ ਦੀ। ਜਿਵੇਂ ਇਹਨਾਂ ਦੀ ਪ੍ਰੀਤ ਆਪਣੀ ਆਪਣੀ ਥਾਂ ਤੇ ਲੱਗੀ ਹੋਈ ਹੈ, ਬਿਲਕੁਲ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਸੰਤ ਹਨ, ਭੇਖ ਵਾਲੇ ਨਹੀਂ। ਕਿਉਂਕਿ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨ ਪਰਚੋ ਲਾਇਓ, ਕਹਿਤਿਆ ਕਹਿਤੀ ਸੁਨੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲਗੇ, ਤਿਨ ਕੇ ਗੁਣ ਹਉ ਕਿਆ ਕਹੂੰ, ਗੁਰ ਦਈ ਮਿਲਾਏ ਭਿਖਿਆ, ਜਿਵ ਤੂੰ ਰਖੈ ਤਿਵ ਰਹੋ। ਇੱਥੇ ਗੱਲ ਉਹਨਾਂ ਦੀ ਹੈ ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ,
ਸੋਈ ਪੂਰਨ ਸੰਤ। ਕਿਉਂਕਿ ਆਪਾਂ ਪੜ੍ਹਦੇ ਹਾਂ ਸੰਤ ਅਨੰਤ ਅੰਤਰ ਨਾਹੀ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਜਿਹੜੇ ਰੱਬ ਦੇ ਪਿਆਰੇ ਸੰਤ ਹਨ, ਜਿਨ੍ਹਾਂ ਦੇ ਅੰਦਰ ਸੰਤਾਂ ਵਾਲੇ ਗੁਣ ਹਨ, ਮਹਾਰਾਜ ਆਖਦੇ ਹਨ ਉਹ ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਉਂਦੇ ਨੇ ਤੇ ਚਰਨਾਂ ਦੀ ਪ੍ਰੀਤ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ। ਵਾਹਿਗੁਰੂ ਦੇ ਚਰਨਾਂ ਨਾਲ ਹੀ ਆਪਣੀ ਰੁਚੀ ਲਾਈ ਰੱਖਦੇ ਹਨ। ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਜਿਵੇਂ ਬਬੀਹਾ ਬਦਲਾਂ ਨਾਲ ਪਿਆਰ ਕਰਦਾ ਹੈ, ਜਿਵੇਂ ਹਰਨ ਰਾਗ ਨਾਲ ਪਿਆਰ ਕਰਦਾ ਹੈ, ਤੇ ਜਿਵੇਂ ਧਿਆਨ ਦੇਵਿਓ ਜਿਹੜਾ ਹੈ ਭਵਰਾ ਉਹ ਕਮਲ ਫੁੱਲ ਦੇ ਨਾਲ ਪਿਆਰ ਕਰਦਾ ਹੈ। ਰੱਬ ਦੇ ਪਿਆਰੇ ਸੰਤ ਜਨ ਇਸੇ ਤਰ੍ਹਾਂ ਰੱਬ ਦੇ ਸੋਹਣੇ ਚਰਨਾਂ ਨਾਲ, ਰੱਬ ਦੀ ਯਾਦ ਵਿੱਚ ਆਪਣੇ ਆਪ ਨੂੰ ਜੋੜੀ ਰੱਖਦੇ ਨੇ। ਕਦੀ ਵੀ ਰੱਬ ਦੀ ਜਾਤ ਤੋਂ ਵਾਂਝੇ ਨਹੀਂ ਹੁੰਦੇ। ਸਾਧ ਸੰਗਤ, ਭਾਈ ਨੰਦ ਲਾਲ ਸਾਹਿਬ ਆਪ ਜੀ ਨੂੰ ਪਤਾ ਗੁਰੂ ਚਰਨਾਂ ਦੇ ਦਰ ਤੇ ਆਉਣ ਤੋਂ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਹੁੰਦਾ ਸੀ। ਪਰ ਆਪ ਜੀ ਨੂੰ ਪਤਾ ਉੱਥੇ ਜਦੋਂ ਇੱਕ ਕੁਰਾਨ ਦੀ ਆਇਤ ਦੇ ਅਰਥ ਕਰਨ ਦੀ ਗੱਲ ਆਈ, ਕੋਈ ਨਹੀਂ ਕਰ ਸਕਿਆ, ਪਰ ਬਹਾਦਰ ਸ਼ਾਹ ਨੇ ਅਰਥ ਕਰਕੇ ਜਦੋਂ ਸੁਣਾਏ, ਔਰੰਗਜ਼ੇਬ ਕਹਿਣ ਲੱਗਾ ਸੱਚੀ ਦੱਸ ਅਰਥ ਕਿਸ ਨੇ ਕੀਤੇ ਹਨ? ਕਹਿਣ ਲੱਗਾ ਭਾਈ ਨੰਦ ਲਾਲ ਸਾਹਿਬ ਨੇ। ਤੇ ਕਹਿੰਦੇ ਨੇ ਉਸ ਵੇਲੇ ਔਰੰਗਜ਼ੇਬ ਨੇ ਆਪਣੇ ਮਨ ਦੇ ਅੰਦਰ ਸੋਚਿਆ ਕਿ ਇੰਨਾ ਵਿਦਵਾਨ ਹਿੰਦੂ ਹਾਲੇ ਤੱਕ ਹਿੰਦੂ ਹੈ ਜਾਂ ਸਿੱਖ ਹੈ, ਇਹਨੂੰ ਮੁਸਲਮਾਨ ਧਰਮ ਦੇ ਅੰਦਰ ਕਿਉਂ ਨਹੀਂ ਲਿਆਂਦਾ ਗਿਆ? ਬਲਕਿ ਖੁਸ਼ ਹੋਣਾ ਚਾਹੀਦਾ ਸੀ ਵੀ ਦੂਜੇ ਧਰਮ ਨਾਲ ਸੰਬੰਧਤ ਇੰਨੇ ਸੁੰਦਰ ਕੁਰਾਨ ਦੀ ਆਇਤ ਦੇ ਅਰਥ ਕਰਦਾ ਹੈ। ਪਰ ਨਹੀਂ, ਮੁਤੱਸਬੀ ਬਣ ਕੇ ਉਹਨੇ ਮਾਰਨ ਦਾ ਯਤਨ ਕੀਤਾ ਜਾਂ ਮੁਸਲਮਾਨ ਬਣਾਉਣ ਦੀ ਗੱਲ ਕੀਤੀ। ਪਰ ਬਹਾਦਰ ਸ਼ਾਹ ਨੇ ਜਿਹੜਾ ਉਹਨਾਂ ਕੋਲੋਂ ਪੜ੍ਹਦਾ ਸੀ, ਉਹਨੇ ਮਿੱਤਰਤਾ ਨਿਭਾਈ ਤੇ ਕਹਿਣ ਲੱਗਾ ਸੱਜਣਾ ਆਪਣੀ ਜਾਨ ਬਚਾ ਸਕਦਾ ਹੈ ਤੇ ਬਚਾ ਲੈ, ਜਿੱਧਰ ਵੀ ਜਾ ਸਕਦਾ ਹੈ ਚਲਾ ਜਾ, ਇੱਥੇ ਤੈਨੂੰ ਜਿੰਦਾ ਨਹੀਂ ਰਹਿਣ ਦਿੱਤਾ ਜਾਵੇਗਾ। ਭਾਈ ਨੰਦ ਲਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਬਹਾਦਰ ਸ਼ਾਹ ਮਿਲਿਆ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤੇ ਪੁੱਛਦਾ ਹੈ ਭਾਈ ਨੰਦ ਲਾਲ ਜੀ ਨੂੰ ਕਿ ਤੁਹਾਨੂੰ ਉਹ ਜਿਹੜੇ ਸ਼ਾਹੀ ਖਾੜੇ ਹਨ ਜਾਂ ਬਿਸਤਰੇ ਹਨ ਜਾਂ ਰਹਿਣ ਸਹਿਣ ਹੈ ਉਹ ਕਦੀ ਯਾਦ ਨਹੀਂ ਆਇਆ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ ਗੁਰੂ ਦੇ ਚਰਨਾਂ ਵਿੱਚ ਆ ਕੇ ਸਭ ਕੁਝ ਭੁੱਲ ਗਿਆ। ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ, ਕਹਿਣ ਲੱਗੇ ਬਹਾਦਰ ਸ਼ਾਹ ਜਿੱਥੇ ਸੋਹਣੇ ਪਦਾਰਥ ਸਨ, ਸ਼ਾਹੀ ਖਾਣੇ ਸਨ, ਰਹਿਣ ਸਹਿਣ ਸੀ, ਉੱਥੇ ਮੌਤ ਦਾ ਡਰ ਸੀ। ਪਰ ਜਿਸ ਦਿਨ ਦਾ ਗੁਰੂ ਘਰ ਵਿੱਚ ਆਇਆ ਹਾਂ, ਬੇਸ਼ੱਕ ਖਾਣੇ ਉਹਨਾਂ ਖਾਣਿਆਂ ਦੇ ਬਰਾਬਰ ਨਾ ਹੋਣ, ਰਹਿਣ ਦਾ ਸਮਾਨ ਉਹਨਾਂ ਸਮਾਨਾਂ ਦੇ ਬਰਾਬਰ ਨਾ ਹੋਵੇ, ਪਰ ਇੱਥੇ ਜ਼ਿੰਦਗੀ ਹੈ। ਮੈਨੂੰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਆਪਣਾ ਬਣਾ ਲਿਆ। ਕਹਿਣ ਲੱਗੇ ਤੈਨੂੰ ਕੀ ਬਣਾਇਆ ਉਹਨਾਂ ਨੇ ਜਿਸ ਨਾਲ ਤੂੰ ਇੰਨਾ ਪ੍ਰਸੰਨ ਹੈ? ਤੇ ਭਾਈ ਨੰਦ ਲਾਲ ਸਾਹਿਬ ਜੀ ਆਖਦੇ ਨੇ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਮੈਨੂੰ ਗੁਰੂ ਮਹਾਰਾਜ ਨੇ ਆਪਣੇ ਦਰ ਦਾ ਕੁੱਤਾ ਕਬੂਲ ਕਰ ਲਿਆ। ਧਿਆਨ ਦੇਵਿਓ, ਆਪਣੇ ਘਰ ਦਾ ਕੁੱਤਾ ਬਣਾ ਲਿਆ। ਮੈਂ ਸਤਿਗੁਰੂ ਦੇ ਦਰ ਦਾ ਕੂਕਰ ਬਣ ਗਿਆ। ਸਾਧ ਸੰਗਤ, ਸਹੀ ਮਹੀਨਿਆਂ ਵਿੱਚ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਜਦੋਂ ਰੱਬ ਦੇ ਚਰਨਾਂ ਨਾਲ ਪ੍ਰੀਤ ਪਾਉਂਦੇ ਨੇ ਤੇ ਜਿਹੜਾ ਉਹਨਾਂ ਨੂੰ ਸਵਾਦ ਆਉਂਦਾ ਹੈ, ਉਸ ਸਵਾਦ ਨੂੰ ਮਾਣਦੇ ਨੇ, ਪਰ ਛੱਡ ਕੇ ਕਦੀ ਵੀ ਕਿਤੇ ਹੋਰ ਨਹੀਂ ਜਾਂਦੇ। ਕਿਉਂਕਿ ਸੰਤਨ ਅਵਰ ਨ ਜਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ। ਮੁਖ ਦਿਖਾਊ ਪਲਕ ਛੱਡ, ਆਨ ਨ ਡੇਊ ਚਿਤ। ਮੁਖ ਦਿਖਾਊ ਪਲਕ, ਪਲਕ ਦਾ ਭਾਵ ਹੈ ਥੋੜੇ ਸਮੇਂ ਵਾਸਤੇ ਵੀ ਜਿਹੜੇ ਰੱਬ ਦੇ ਦੀਦਾਰ ਕਰ ਲੈਂਦੇ ਹਨ। ਛੱਡ ਆਨ ਨ ਡੇਊ ਚਿਤ, ਰੱਬ ਦੇ ਦੀਦਾਰ ਕਰਨ ਤੋਂ ਬਾਅਦ ਫਿਰ ਰੱਬ ਨੂੰ
ਛੱਡ ਕੇ ਕਿਸੇ ਹੋਰ ਜਗ੍ਹਾ ਆਪਣਾ ਚਿੱਤ ਨਹੀਂ ਲਾਉਂਦੇ। ਕੇਵਲ ਤੇ ਕੇਵਲ ਚਿੱਤ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣਾ ਲਾਉਂਦੇ ਹਨ। ਤੇ ਆਖਦੇ ਨੇ ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਜਿਉ ਮਹੰਜਾ ਮੋਇਆ ਕਦ ਪੱਸੀ ਜਾਨੀ ਤੋਏ, ਫਰੀਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸ਼ਰੀਰੋਂ ਲੈ। ਜੇ ਪਰਾਏ ਬਾਰ ਤੇ ਜਾਣਾ ਤੇ ਰੱਬ ਜੀ ਮੈਨੂੰ ਇਹੋ ਜਿਹੀ ਜਿੰਦ ਨਹੀਂ ਚਾਹੀਦੀ। ਹਾਂ, ਰੱਖਣਾ ਆਪਣੇ ਕੋਲ ਰੱਖ, ਤੇ ਜਿਸ ਦਿਨ ਇਹ ਨੌਬਤ ਆਵੇ ਤੇਰਾ ਦਰ ਛੱਡਣ ਦੀ ਤੇ ਹੋਰ ਦਰ ਜਾਣ ਦੀ, ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਾਂਗਾ ਕਿ ਮੇਰੇ ਅੰਦਰੋਂ ਪਰਾ ਨਹੀਂ ਕੱਢ ਲਈ। ਮੈਨੂੰ ਇਹੋ ਜਿਹਾ ਜਿਉਣ ਦਾ ਕੋਈ ਫਾਇਦਾ ਨਹੀਂ। ਮੁਖ ਡਿਕਾਉ ਪਲਕ ਛੱਡ ਆਨ ਨਾ ਡੇਉ ਚਿੱਤ, ਜਿਹੜੇ ਇੱਕ ਵਾਰੀ ਥੋੜਾ ਸਮਾਂ ਵੀ ਵਾਹਿਗੁਰੂ ਦੇ ਦੀਦਾਰ ਕਰ ਲੈਂਦੇ ਨੇ, ਉਹ ਫਿਰ ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਹੀਂ ਜਾਂਦੇ। ਜੀਵਨ ਸੰਗਮ ਤਿਸ ਤਾਣੀ, ਹਰ ਨਾਨਕ ਸੰਤਾ ਮਿਤ। ਉਹਨਾਂ ਨੂੰ ਸਮਝ ਆ ਜਾਂਦੀ ਜੀਵਨ ਦਾ ਜੋੜ, ਅਸਲੀ ਜੀਵਨ ਹੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਵਿੱਚ ਹੈ, ਕਿਉਂਕਿ ਵਾਹਿਗੁਰੂ ਪਰਮਾਤਮਾ ਸੰਤਾਂ ਦਾ ਮਿੱਤਰ ਹੈ। ਇਹ ਗੱਲ ਧਿਆਨ ਵਿੱਚ ਰੱਖਿਓ, ਵਾਹਿਗੁਰੂ ਪਰਮਾਤਮਾ ਕਿਸੇ ਦਾ ਦੁਸ਼ਮਣ ਨਹੀਂ, ਪਰ ਜਿਹੜੇ ਉਹਨੂੰ ਆਪਣਾ ਮਿੱਤਰ ਬਣਾਉਂਦੇ ਨੇ ਨਾ ਸਾਧ ਸੰਗਤ, ਵਾਹਿਗੁਰੂ ਪਰਮਾਤਮਾ ਉਹਨਾਂ ਦਾ ਮਿੱਤਰ ਬਣਦਾ ਹੈ। ਕਿਉਂਕਿ ਅਸੀਂ ਮਿੱਤਰਤਾ ਦੁਨੀਆ ਨਾਲ ਪਾਉਂਦੇ ਹਾਂ, ਅਸੀਂ ਮਿੱਤਰਤਾ ਰਾਜਿਆਂ ਮਹਾਰਾਜਿਆਂ ਦੇ ਨਾਲ ਪਾਉਂਦੇ ਹਾਂ, ਰੱਬ ਨਾਲ ਮਿੱਤਰਤਾ ਨਹੀਂ। ਪਰ ਜਿਸ ਦੀ ਮਿੱਤਰਤਾ ਰੱਬ ਨਾਲ ਬਣ ਗਈ, ਉਹਨੇ ਕੀ ਆਖਿਆ ਸਾਧ ਸੰਗਤ? ਉਹ ਆਖਦਾ ਹੈ ਚਿਤ ਨ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਇਹ ਐਸੀ ਜਿਹੜੀ ਹੈ ਨਾ ਪ੍ਰੀਤ ਲੱਗੀ, ਸੁਰਤ ਐਸੀ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗੀ ਸਾਧ ਸੰਗਤ, ਜੇ ਪਿਤਾ ਦਾ ਸੀਸ ਝੋਲੀ ਦੇ ਅੰਦਰ ਪਵਾਇਆ ਫਿਰ ਵੀ ਪ੍ਰੀਤ ਨਹੀਂ ਟੁੱਟੀ। ਜੇ ਦੋਵੇਂ ਸਾਹਿਬਜ਼ਾਦੇ ਸਾਹਮਣੇ ਸ਼ਹੀਦ ਹੋ ਗਏ ਨੇ ਫਿਰ ਵੀ ਪ੍ਰੀਤ ਨਹੀਂ ਟੁੱਟੀ। ਤੇ ਜੇ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਮਾਤਾ ਜੀ ਦੇ ਸ਼ਹੀਦ ਹੋਣ ਦੀ ਖਬਰ ਆਂਦੀ ਹੈ ਤੇ ਆਖਦੇ ਨੇ ਭਾਈ ਦਇਆ ਸਿੰਘ ਅੱਜ ਅਰਦਾਸ ਤੁਸੀਂ ਨਹੀਂ ਕਰੋਗੇ, ਦੀਵਾਨ ਦੀ ਸਮਾਪਤੀ ਦੀ ਅਰਦਾਸ ਅਸੀਂ ਕਰਾਂਗੇ। ਸ਼ਰਧਾਲੂਆਂ ਨੇ ਪੁੱਛਿਆ ਮਹਾਰਾਜ ਰੋਜ਼ ਭਾਈ ਦਇਆ ਸਿੰਘ ਜੀ ਅਰਦਾਸ ਕਰਦੇ ਨੇ, ਅੱਜ ਅਰਦਾਸ ਆਪ ਜੀ ਕਿਉਂ ਕਰੋਗੇ? ਤੇ ਮਹਾਰਾਜ ਨੇ ਬਚਨ ਕਿਹਾ ਸੀ ਜਿਹੜੀ ਅਮਾਨਤ ਵਾਹਿਗੁਰੂ ਪਰਮਾਤਮਾ ਦੇ ਦਰ ਤੋਂ ਮੈਨੂੰ ਪ੍ਰਾਪਤ ਹੋਈ ਉਸ ਵਿੱਚ ਖਿਆਨਤ ਨਹੀਂ ਹੋਈ, ਸਹੀ ਸਲਾਮਤ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਪੁੱਜ ਗਈ ਹੈ। ਅੱਜ ਸ਼ੁਕਰਾਨਾ ਵਾਹਿਗੁਰੂ ਦਾ ਮੈਂ ਆਪ ਕਰਨਾ ਹੈ, ਕਿਉਂਕਿ ਸੰਤਾਂ ਮਿੱਤ ਵਾਲੀ ਗੱਲ, ਰੱਬ ਜਿਨ੍ਹਾਂ ਦਾ ਮਿੱਤਰ ਬਣ ਜਾਂਦਾ ਹੈ ਉਹ ਹਰ ਘੜੀ ਇਹ ਆਖਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਗੱਲ ਉਹਨਾਂ ਦੇ ਅੰਦਰੋਂ ਨਿਕਲਦੀ ਹੈ ਜਿਹੜੇ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਨ। ਪੌੜੀ ਜੋ ਮਛਲੀ ਬਿਨ ਪਾਣੀ ਐ, ਕਿਉਂ ਜੀਵਨ ਪਾਵੈ। ਸ਼ਲੋਕਾਂ ਦਾ ਭਾਵ ਫਿਰ ਪੌੜੀ ਵਿੱਚ ਦੁਹਰਾਇਆ, ਮਛਲੀ ਪਾਣੀ ਤੋਂ ਬਗੈਰ ਕਿਵੇਂ ਜੀਵਨ ਪ੍ਰਾਪਤ ਕਰ ਸਕਦੀ, ਭਾਵ ਨਹੀਂ ਜਿੰਦੀ ਰਹਿ ਸਕਦੀ। ਬੂੰਦ ਵਿਹੂਣਾ ਚਾਤ੍ਰਿਕੋ, ਕਿਉਂ ਕਰ ਤ੍ਰਿਪਤਾਵੈ। ਸਵਾਂਤੀ ਬੂੰਦ ਤੋਂ ਬਗੈਰ ਜਿਹੜਾ ਚਾਤਰਿਕ ਹੈ, ਬਵਿਰਹਾ ਹੈ, ਕਿਵੇਂ ਰੱਜ ਸਕਦਾ ਹੈ? ਭਾਵੇਂ ਸਰੋਵਰ ਸਮੁੰਦਰ ਪਾਣੀ ਦੇ ਨਾਲ ਭਰੇ ਹੋਏ ਹੋਣ, ਪਰ ਜਦੋਂ ਤੱਕ ਬੂੰਦ ਉਸ ਦੇ ਮੂੰਹ ਵਿੱਚ ਨਹੀਂ ਪੈਂਦੀ ਉਦੋਂ ਤੱਕ ਉਹ ਰੱਜਦਾ ਨਹੀਂ। ਨਾਦ ਕੁਰੰਕਹਿ ਬੇਦਿਆ, ਸਨਮੁਖ ਉਠ ਧਾਵੈ। ਤੇ ਜਿਹੜਾ ਨਾਦ ਹੈ, ਰਾਗ ਹੈ, ਇਹਨੂੰ ਵੇਖ ਕੇ ਹਰਨ ਭਾਵੇਂ ਵਿੰਨਿਆ ਜਾਵੇ ਪਰ ਸਨਮੁਖ ਦੌੜਦਾ ਹੈ, ਕਦੀ ਵੀ ਰਾਗ ਨੂੰ ਛੱਡਦਾ ਨਹੀਂ। ਭਵਰ ਲੋਭੀ ਕੁਸਮ ਬਾਸ ਕਾ, ਮਿਲ ਆਪ ਬੰਧਾਵੈ। ਇਸ ਤਰ੍ਹਾਂ ਜਿਹੜਾ ਹੈ ਭਵਰ ਉਹ ਹੈ ਵਾਸਨਾ ਦਾ ਲੋਭੀ, ਲਾਲਚੀ,
ਉਹ ਕਦੀ ਵੀ ਉਸ ਵਾਸਨਾ ਨੂੰ ਛੱਡਦਾ ਨਹੀਂ ਜਿਹੜੀ ਫੁੱਲ ਵਿੱਚੋਂ ਪ੍ਰਾਪਤ ਹੁੰਦੀ ਹੈ, ਤੇ ਆਪਣੇ ਆਪ ਨੂੰ ਬੰਧਾ ਦਿੰਦਾ ਹੈ, ਵੱਧ ਜਾਂਦਾ ਹੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਪ੍ਰੀਤ ਵਾਹਿਗੁਰੂ ਪਰਮਾਤਮਾ ਦੇ ਨਾਲ ਹੈ, ਤੇ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਕੇ ਉਹ ਰੱਜਦੇ ਹਨ। ਬੇਸ਼ੱਕ ਦੁਨਿਆਵੀ ਭੋਜਨ ਉਹਨਾਂ ਨੂੰ ਪ੍ਰਾਪਤ ਨਾ ਹੋਵੇ, ਪਰ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਪਹਿਲਾਂ। ਖਾਲਸੇ ਦੀ ਮਾਤਾ ਸਾਹਿਬ ਕੌਰ ਬਾਰੇ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਤੋਂ ਬਗੈਰ ਉਹ ਆਪਣੇ ਮੂੰਹ ਦੇ ਅੰਦਰ ਪਾਣੀ ਦੀ ਬੂੰਦ ਵੀ ਨਹੀਂ ਸੀ ਪਾਉਂਦੇ। ਦਰਸ਼ਨ ਕਰਕੇ ਫਿਰ ਉਹਨਾਂ ਨੇ ਭੋਜਨ ਛਕਣਾ, ਜਲ ਪਾਣੀ ਛਕਣਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਸਹੀ ਮਾਇਨਿਆਂ ਵਿੱਚ ਜਿਹੜੇ ਰੱਬ ਦੇ ਪਿਆਰੇ ਹਨ, ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਕਰਦੇ ਨੇ, ਤੇ ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਕਰਕੇ ਉਸ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੇ ਅੰਦਰ ਰੱਜਦੇ ਹਨ। ਸਮੁੱਚੇ ਸ਼ਲੋਕਾਂ ਦਾ ਤੇ ਪੌੜੀ ਦਾ ਭਾਵ ਅਰਥ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ, ਤੇ ਐਸੇ ਰੱਬ ਦੇ ਪਿਆਰਿਆਂ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ। ਸਹੀ ਗੁਰਮੁਖ ਪਿਆਰੇ ਸਤਸੰਗੀ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਤੁਦੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਨ ਹਾਵੇ। ਸਤਿਗੁਰੂ ਕਿਰਪਾ ਕਰੇ, ਮਨਮੁਖਾਂ ਦਾ ਸੰਗ ਨਹੀਂ, ਗੁਰਮੁਖਾਂ ਦਾ ਸੰਗ ਜੀਵਨ ਦੇ ਅੰਦਰ ਕਰੀਏ, ਲੋਕ ਪਰਲੋਕ ਸੌਰੇਗਾ। ਸਾਧ ਸੰਗਤ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਅੱਜ ਦੁਸ਼ਟ ਦਮਨ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਹੈ, ਤੇ ਸਤਿਗੁਰੂ ਮਹਾਰਾਜ ਨੇ ਆਪ ਆਪਣੀ ਕਲਮ ਦੇ ਰਾਹੀਂ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਦੇ ਅੰਦਰ ਇਹ ਗੱਲ ਲਿਖੀ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੂਰਬ ਦਿਸ਼ਾ ਵੱਲ ਪਿਆਨਾ ਕੀਤਾ। ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਗਏ, ਵੱਖਰੇ ਵੱਖਰੇ ਤੀਰਥਾਂ ਤੇ ਗਏ, ਉੱਥੇ ਇਸ਼ਨਾਨ ਕੀਤਾ। ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਬਾਣੀ ਅੰਦਰ ਤੀਰਥ ਇਸ਼ਨਾਨ ਦਾ ਖੰਡਨ ਵੀ ਕੀਤਾ ਹੈ, ਪਰ ਆਪਾਂ ਧਿਆਨ ਨਾਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਤੱਕ ਸਤਿਗੁਰਾਂ ਦਾ ਜੀਵਨ ਪੜ੍ਹੀਏ, ਤੇ ਅੱਜ ਵਰਗਾ ਮੀਡੀਏ ਦਾ ਯੁੱਗ ਨਹੀਂ ਸੀ। ਸਾਧ ਸੰਗਤ, ਵਾਹਿਗੁਰੂ ਦੇ ਘਰ ਦੀ ਗੱਲ ਕਰਨ ਦਾ ਜਾਂ ਗੁਰਮਤਿ ਦੀ ਗੱਲ ਕਰਨ ਦਾ ਅੱਜ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਹਾਂ, ਗੁਰਸਿੱਖਾਂ ਤੋਂ ਕਿੰਨਾ ਵਡਭਾਗਾ ਹੈ। ਘਰ ਬੈਠਿਆ ਮੰਜੀ ਸਾਹਿਬ ਤੋਂ ਕਥਾ, ਘਰ ਬੈਠਿਆਂ ਤਖਤ ਹਜੂਰ ਸਾਹਿਬ ਤੋਂ ਕਥਾ, ਘਰ ਬੈਠਿਆਂ ਤਖਤ ਪਟਨਾ ਸਾਹਿਬ ਤੋਂ ਕਥਾ, ਕਦੀ ਬੰਗਲਾ ਸਾਹਿਬ ਤੋਂ, ਕਦੀ ਸੀਸਗੰਜ ਸਾਹਿਬ ਤੋਂ ਆਪਾਂ ਕਥਾ ਸੁਣ ਰਹੇ ਹਾਂ। ਪਰ ਉਸ ਵੇਲੇ ਇਹ ਮਾਹੌਲ ਨਹੀਂ ਸੀ। ਉਸ ਵੇਲੇ ਸਾਧ ਸੰਗਤ, ਜੇ ਬਾਬਾ ਨਾਨਕ ਜੀ ਜਗਨਨਾਥਪੁਰੀ ਦੇ ਅੰਦਰ ਜਾਂਦੇ ਨੇ, ਜਾਂ ਮੱਕੇ ਦੇ ਅੰਦਰ ਜਾਂਦੇ ਨੇ, ਜਾਂ ਗੁਰੂ ਨਾਨਕ ਪਾਤਸ਼ਾਹ ਜੀ ਤੀਰਥਾਂ ਤੇ ਜਾਂਦੇ ਨੇ, ਉਹਨਾਂ ਦਾ ਭਾਵ ਇਹ ਨਹੀਂ ਕਿ ਤੀਰਥਾਂ ਤੇ ਜਾ ਕੇ ਤਨ ਦੀ ਮੈਲ ਲਾਣੀ ਹੈ। ਨਹੀਂ, ਸਤਿਗੁਰੂ ਦਾ ਭਾਵ ਕੇਵਲ ਤੇ ਕੇਵਲ ਇਹ ਹੈ ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ, ਮਾਘ ਮੱਜਨ ਸੰਗ ਸਾਧਵਾ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ, ਸਭਨਾਂ ਨੂੰ ਕਰ ਦਾਨ। ਜੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਤੀਰਥਾਂ ਤੇ ਗਏ ਨੇ ਤੇ ਤਨ ਦੀ ਮੈਲ ਲਾਉਣ ਵਾਸਤੇ ਨਹੀਂ, ਉਹਨਾਂ ਨੂੰ ਪਤਾ ਹੈ ਤੀਰਥ ਨਾਮਨ ਜਾਉ ਤੀਰਥ ਨਾਮ ਹੈ, ਇਹ ਉਹਨਾਂ ਨੂੰ ਪਤਾ ਹੈ। ਪਰ ਸਾਧ ਸੰਗਤ, ਤੀਰਥਾਂ ਤੇ ਗਏ ਕਿਉਂ? ਕਿਉਂਕਿ ਤੀਰਥਾਂ ਤੇ ਬਹੁਤ ਲੋਕ ਇਕੱਠੇ ਮਿਲ ਜਾਂਦੇ ਸਨ, ਤੇ ਰੱਬ ਦੇ ਘਰ ਦੀ ਗੱਲ, ਗੁਰਮਤਿ ਦੇ ਘਰ ਦੀ ਗੱਲ, ਗੁਰੂ ਦੇ ਘਰ ਦੀ ਗੱਲ ਉੱਥੇ ਕਰਨੀ ਸੌਖੀ ਹੋ ਜਾਂਦੀ ਸੀ। ਸਤਿਗੁਰੂ ਮਹਾਰਾਜ ਇਸ ਮਿਸ਼ਨ ਨੂੰ ਲੈ ਕੇ
ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਰੇ ਤੇ ਵੱਖਰੇ ਵੱਖਰੇ ਸਥਾਨਾਂ ਤੇ ਗਏ, ਗੁਰਮਤਿ ਦਾ ਪ੍ਰਚਾਰ ਕੀਤਾ। ਸਤਿਗੁਰੂ ਮਹਾਰਾਜ ਜਦੋਂ ਤ੍ਰਿਬੈਨੀ ਗਏ, ਜਿਹਨੂੰ ਪ੍ਰਾਗ ਰਾਜ ਵੀ ਕਹਿੰਦੇ ਨੇ, ਜਿਹਨੂੰ ਇਲਾਹਾਬਾਦ ਵੀ ਕਿਹਾ ਜਾਂਦਾ ਹੈ, ਸਤਿਗੁਰੂ ਮਹਾਰਾਜ ਉੱਥੇ ਗਏ। 3 ਨਦੀਆਂ ਦਾ ਉੱਥੇ ਸੰਗਮ ਹੈ ਤੇ ਉੱਥੇ ਕਾਫੀ ਸਮਾਂ ਰਹੇ। ਸਤਿਗੁਰੂ ਮਹਾਰਾਜ ਦੇ ਉੱਥੇ ਰਹਿਣ ਦਾ 2.5 ਮਹੀਨੇ ਦਾ ਸਮਾਂ ਵੀ ਵਿਦਵਾਨ ਦੱਸਦੇ ਨੇ। ਉੱਥੇ ਰਹਿ ਤੇ ਮਹਾਰਾਜ ਆਖਦੇ ਨੇ, ਅਸੀਂ ਮਾਤਾ ਦੇ ਉਦਰ ਵਿੱਚ ਆ ਕੇ ਪ੍ਰਵੇਸ਼ ਕੀਤਾ। ਭਾਵ ਇੱਥੇ ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਇੱਥੇ ਉਹ ਭਾਵਨਾ ਪ੍ਰਗਟ ਹੋਈ, ਕਿੱਥੇ? ਤ੍ਰਿਬੈਨੀ। ਤੇ ਜਦੋਂ ਪਟਨਾ ਸ਼ਹਿਰ ਵਿੱਚ ਗਏ, ਬਿਹਾਰ ਦੇ ਇਲਾਕੇ ਵਿੱਚ, ਮਹਾਰਾਜ ਆਖਦੇ ਨੇ ਉੱਥੇ ਸਾਡਾ ਜਨਮ ਹੋਇਆ, ਉੱਥੇ ਸਾਡਾ ਆਗਮਨ ਹੋਇਆ। ਪੜ੍ਹਦੇ ਹਾਂ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਬੈਨੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤੈਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਜਿਹੜਾ ਬਿਹਾਰ ਪ੍ਰਾਂਤ 'ਚ ਪੈਂਦਾ ਹੈ। ਦਿਨ ਸੀ 22 ਦਸੰਬਰ 1666, ਪੋਹ ਸੁਦੀ 7ਵੀਂ, ਸਾਧ ਸੰਗਤ 23 ਪੋਹ 1723 ਸੰਮਤ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਮਾਤਾ ਗੁਜਰੀ ਜੀ ਦੇ ਉਦਰ ਤੋਂ ਪ੍ਰਗਟ ਹੋਏ। ਜਦੋਂ ਸਤਿਗੁਰੂ ਮਹਾਰਾਜ ਦਾ ਜਨਮ ਹੋਇਆ ਹੈ, ਆਗਮਨ ਹੋਇਆ ਹੈ, ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵੇਲੇ ਢਾਕੇ ਦੇ ਅੰਦਰ ਹਨ, ਜਿਹੜੀ ਬੰਗਲਾਦੇਸ਼ ਦੀ ਰਾਜਧਾਨੀ ਹੈ। ਸਤਿਗੁਰੂ ਪ੍ਰਚਾਰ ਦੌਰੇ ਨੂੰ ਛੱਡ ਕੇ ਵਿੱਚ ਨਹੀਂ ਆਏ। ਆਪ ਜੀ ਨੂੰ ਪਤਾ ਹੈ ਕਿੰਨੀ ਉਮਰ ਬਾਅਦ ਸਤਿਗੁਰੂ ਮਹਾਰਾਜ ਨੂੰ, ਕਿੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਪ੍ਰਾਪਤ ਹੋਈ, ਪਰ ਕੇਵਲ ਤੇ ਕੇਵਲ ਉੱਥੋਂ ਹੀ ਹੁਕਮ ਭੇਜਿਆ ਕਿ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇ, ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਰ ਤਰ੍ਹਾਂ ਦੇ ਨਾਲ ਖੁੱਲੀ ਥਾਂ ਤੇ ਰੱਖ ਕੇ ਜਿਹੜਾ ਹੈ ਨਾ, ਸਰੀਰ ਦੀ ਸੰਭਾਲ ਵੀ ਕੀਤੀ ਜਾਵੇ। ਪਰ ਮਹਾਰਾਜ ਆਪ ਪ੍ਰਚਾਰਕ ਦੌਰਾ ਵਿੱਚ ਛੱਡ ਕੇ ਨਹੀਂ ਆਏ। ਸਾਧ ਸੰਗਤ, ਇੱਧਰ ਸਤਿਗੁਰੂ ਮਹਾਰਾਜ ਦੀ ਪਰਵਰਿਸ਼ ਜਿਹੜੀ ਨਾ, ਉਹ ਆਰੰਭ ਹੋ ਗਈ। ਮਾਮਾ ਕਿਰਪਾਲ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਤੇ ਹੋਰ ਸੇਵਾਦਾਰ ਸੇਵਾ ਦੇ ਵਿੱਚ ਲੱਗੇ ਹੋਏ ਹਨ। ਪਰ ਅੱਜ ਅੱਲਾਹ ਦੀ ਬੰਦਗੀ ਕਰਨ ਵਾਲਾ ਜਿਹੜਾ ਪੱਛਮ ਵੱਲ ਪੀਰ ਸੀਸ ਝੁਕਾ ਕੇ ਸਿਜਦਾ ਕਰਦਾ ਹੈ, ਅੱਜ ਉਹਨੇ ਪੂਰਬ ਵੱਲ ਕਰ ਦਿੱਤਾ। ਜਿਹੜੇ ਉਸ ਦੇ ਚੇਲੇ ਸਨ, ਮੁਰੀਦ ਸਨ, ਉਹਨਾਂ ਨੇ ਕਹਿ ਦਿੱਤਾ, ਪੀਰ ਜੀ ਆਮ ਬੰਦਾ ਗਲਤੀ ਕਰੇ, ਬਖਸ਼ਿਆ ਜਾ ਸਕਦਾ ਹੈ, ਪਰ ਤੁਹਾਡੇ ਵਰਗਾ ਪੀਰ ਇਹੋ ਜੀ ਗਲਤੀ ਕਰੇ, ਰੋਜ਼ ਤੁਸੀਂ ਨਮਾਜ਼ ਪੜ੍ਹ ਕੇ ਸਿਜਦਾ ਕਰਦੇ ਹੋ ਲਹਿੰਦੇ ਵੱਲ, ਪੱਛਮ ਵੱਲ, ਤੇ ਅੱਜ ਤੁਸੀਂ ਸਿਜਦਾ ਜਿਹੜਾ ਹੈ ਉਹ ਪੂਰਬ ਵੱਲ ਕੀਤਾ ਹੈ। ਕਹਿਣ ਲੱਗੇ, ਬਈ ਆਪਾਂ ਸਿਜਦਾ ਪੱਛਮ ਵੱਲ ਕਿਉਂ ਕਰਦੇ ਹਾਂ, ਪੂਰਬ ਵੱਲ ਕਿਉਂ ਨਹੀਂ ਕਰਦੇ? ਮੁਰੀਦ ਕਹਿਣ ਲੱਗੇ, ਇੱਧਰ ਅੱਲਾ ਦਾ ਨੂਰ ਹੈ, ਇੱਧਰ ਅੱਲਾ ਦਾ ਘਰ ਹੈ। ਤੇ ਕਹਿਣ ਲੱਗੇ, ਬਸ ਇਹੋ ਹੀ ਗੱਲ ਹੈ ਕਿ ਅੱਜ ਉਹ ਜਿਸ ਅੱਲਾ ਨੂੰ ਆਪਾਂ ਇੱਧਰ ਸਿਜਦਾ ਕਰਦੇ ਹਨ, ਅੱਜ ਉਹ ਪੂਰਬ ਵੱਲ ਆਇਆ ਹੈ, ਸਰੀਰਕ ਜਾਮੇ ਦੇ ਅੰਦਰ ਆਇਆ ਹੈ, ਤੇ ਮੈਂ ਸਿਜਦਾ ਉਸ ਨੂੰ ਕੀਤਾ ਹੈ। ਮੁਰੀਦਾਂ ਨੇ ਸ਼ੰਕਾ ਕੀਤਾ, ਨਾਲ ਲੈ ਕੇ ਤੁਰ ਪਏ। ਜਦੋਂ ਪਹੁੰਚ ਗਏ ਮੰਜ਼ਿਲਾਂ ਤੈਅ ਕਰਦਿਆਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜਾ ਕੇ ਦਰਸ਼ਨਾਂ ਦੀ ਮੰਗ ਕੀਤੀ, ਪਰ ਆਖਿਆ ਹਾਲੇ ਹੁਕਮ ਨਹੀਂ, ਦਰਸ਼ਨ ਨਹੀਂ ਹੋ ਸਕਦੇ। ਕਹਿਣ ਲੱਗੇ, ਵਾਹ, ਇਹ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਹੈ, ਜਦੋਂ ਰਜ਼ਾ ਹੋਵੇਗੀ ਦਰਸ਼ਨ ਹੋ ਜਾਣਗੇ। ਕਹਿਣ ਲੱਗੇ, ਕੁਝ ਖਾਓ ਪੀਓ, ਕੋਈ ਅਸਥਾਨ ਸੁੰਦਰ ਜਿਹੜਾ ਹੈ ਉੱਥੇ ਆਰਾਮ ਕਰੋ। ਕਹਿਣ ਲੱਗੇ, ਮੈਂ ਖਾਣ ਪੀਣ ਵਾਸਤੇ ਨਹੀਂ ਆਇਆ, ਮੈਂ ਆਰਾਮ ਕਰਨ ਵਾਸਤੇ ਨਹੀਂ ਆਇਆ, ਕੇਵਲ ਦਰਸ਼ਨਾਂ ਦੀ ਚਾਹ ਲੈ ਕੇ ਆਇਆ ਹਾਂ, ਕਿਰਪਾ ਕਰੋ ਦਰਸ਼ਨ ਕਰਾ ਦਿਓ। ਫਿਰ ਜਵਾਬ ਮਿਲਿਆ, ਦਰਸ਼ਨ ਹਾਲੇ ਹੁਕਮ ਨਹੀਂ। ਕਹਿਣ ਲੱਗੇ, ਇਹ ਵੀ ਵਾਹਿਗੁਰੂ ਦੀ ਰਜ਼ਾ ਹੈ, ਜਦੋਂ ਰਜ਼ਾ ਹੋਵੇਗੀ, ਜਦੋਂ ਤੁਹਾਨੂੰ ਪ੍ਰੇਰਨਾ ਮਿਲੇਗੀ, ਦਰਸ਼ਨ ਹੋ ਜਾਣਗੇ। ਸਾਧ ਸੰਗਤ ਭੀਖਨ ਸ਼ਾਹ ਦੇ ਹੱਥ ਅੱਗੇ ਨਾ ਸਾਰੇ ਝੁਕ ਗਏ, ਤੇ ਉਸ ਵੇਲੇ ਹੁਕਮ ਹੋਇਆ ਕਿ ਬਾਹਰ ਜਿਹੜਾ ਦੀਵਾਨ ਸਜਾ ਦਿੱਤਾ ਜਾਵੇ, ਕੀਰਤਨ ਆਰੰਭ ਹੋ ਜਾਵੇ।
ਤੇ ਗੁਰੂ ਮਹਾਰਾਜ ਨੂੰ ਲਿਆਂਦਾ ਗਿਆ। ਪੀਰ ਜੀ ਨੂੰ ਵੀ ਕਿਹਾ ਗਿਆ ਆਓ ਦਰਸ਼ਨ ਕਰੋ। ਧਿਆਨ ਦੇਵਿਓ, ਦੋ ਕੁਜੀਆਂ ਦੀ ਗੱਲ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ। ਜਿਹੜੀ ਗੱਲ ਸਤਿਗੁਰੂ ਮਹਾਰਾਜ ਨੇ ਕਾਜੀਆਂ ਨੂੰ ਕਹੀ ਸੀ ਨਾ, ਸ਼ੁਭ ਅਮਲਾ ਬਾਜੋ, ਦੋਨੋਂ ਰੋਈ ਵਾਲੀ ਗੱਲ, ਤੇ ਜਾਂ ਜਿਹੜੀ ਗੱਲ ਉਹਨਾਂ ਨੇ ਸਾਧ ਸੰਗਤ ਸੁਲਤਾਨਪੁਰ ਦੀ ਮਸੀਤ ਵਿੱਚ ਕਹੀ ਜਾਂ ਜਗਨਨਾਥਪੁਰੀ ਦੇ ਅੰਦਰ ਕਹੀ, ਬਿਲਕੁਲ ਉਹ ਗੱਲ ਅੱਜ ਭਾਵੇਂ ਬੋਲ ਨਹੀਂ ਸਕਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਪਰ ਇਸ਼ਾਰਿਆਂ ਨਾਲ ਪੀਰ ਨੇ ਕੁਜੀਆਂ ਦੇ ਅੰਦਰ ਦੁੱਧ ਤੇ ਪਾਣੀ ਰੱਖਿਆ। ਤੇ ਕਿਉਂਕਿ ਪਾਣੀ ਸਾਧ ਸੰਗਤ ਸ਼ਰ੍ਹਾ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ, ਤੇ ਦੁੱਧ ਜਿਹੜਾ ਹੈ ਉਹ ਚਿੱਟਾ ਹੈ, ਹਿੰਦੂ ਕਰਮਾਂ ਤੇ ਜ਼ੋਰ ਦਿੰਦਾ ਹੈ। ਇਹ ਜਿਹੜਾ ਪਾਣੀ ਤੇ ਦੁੱਧ ਦੀ ਗੱਲ ਹੈ, ਜਦੋਂ ਕੁਜੀਆਂ ਰੱਖੀਆਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਤੇ ਹੱਥ ਰੱਖ ਦਿੱਤੇ। ਫਿਰ ਨਾਲ ਹੀ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਨੰਨੇ ਨੰਨੇ ਪੈਰਾਂ ਦੇ ਨਾਲ ਕੁਜੀਆਂ ਜਿਹੜੀਆਂ ਨੇ ਨਾ, ਉਸ ਵਿੱਚ ਪਿਆ ਹੋਇਆ ਪਦਾਰਥ ਵੀ ਡੋਲ ਦਿੱਤਾ। ਉਸ ਦਾ ਭਾਵ ਦੱਸਿਆ ਹੈ ਕਿ ਪੀਰ ਜੀ ਨੇ ਸਾਰਿਆਂ ਨੂੰ ਕਿ ਇਹ ਹਿੰਦੂਆਂ ਦਾ ਨਹੀਂ, ਇਹ ਮੁਸਲਮਾਨਾਂ ਦਾ ਨਹੀਂ, ਇਹ ਸਭਨਾਂ ਦਾ ਸਾਂਝਾ ਹੈ। ਤੇ ਧਿਆਨ ਦੇਵਿਓ ਸਾਧ ਸੰਗਤ, ਸਾਡੇ ਅੰਦਰ ਨਫ਼ਰਤ ਫੈਲਾਉਣ ਵਾਸਤੇ ਅੱਜ ਵੀ ਮੁਸਲਮਾਨਾਂ ਦੇ ਪ੍ਰਤੀ ਇਹੋ ਹੀ ਬਚਨ ਕਹਿ ਜਾਂਦੇ ਨੇ, ਪਰ ਜਿਹੜੇ ਮੁਸਲਮਾਨ ਔਖੇ ਸਮੇਂ ਦੇ ਅੰਦਰ ਵਫਾਦਾਰ ਬਣੇ, ਉਹਨਾਂ ਦੀ ਗੱਲ ਆਪਾਂ ਭੁਲਾ ਦਿੰਦੇ ਹਾਂ। ਆਪ ਜੀ ਜਾਣਦੇ ਹੋ ਪੀਰ ਬੁੱਧੂ ਸ਼ਾਹ ਦੀ ਗੱਲ, ਜਾਂ ਗਨੀ ਖਾਨ ਨਬੀ ਖਾਨ ਦੀ ਗੱਲ, ਜਾਂ ਕਾਜੀ ਜਿਹੜਾ ਹੈ ਪੀਰ ਮੁਹੰਮਦ ਜਿਹੜਾ ਸਲੋਹ ਦੇ ਰਹਿਣ ਵਾਲਾ ਹੈ, ਉਸ ਦੀ ਗੱਲ ਆਪਾਂ ਪੜ੍ਹੀਏ। ਉਹਨਾਂ ਨੇ ਕਿਵੇਂ ਗੁਰੂ ਦੇ ਨਾਲ ਪਿਆਰ ਕੀਤਾ। ਉਹ ਸਮਾਂ ਜਦੋਂ ਸਾਧ ਸੰਗਤ ਗੁਰੂ ਦੀ ਇਮਦਾਦ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਤੇ ਉਸ ਵੇਲੇ ਵੀ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ। ਸਤਿਗੁਰਾਂ ਨੇ ਸਾਧ ਸੰਗਤ ਉਸ ਵੇਲੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਕਿਸੇ ਫਿਰਕੇ ਦੇ ਨਾਲ ਨਹੀਂ, ਅਸੀਂ ਸਰਬੱਤ ਦਾ ਭਲਾ ਮੰਗਣ ਵਾਸਤੇ ਇਸ ਦੁਨੀਆ ਦੇ ਅੰਦਰ ਆਏ ਹਾਂ। ਤੇ ਆਖਿਆ ਸੀ ਨਾ ਸਤਿਗੁਰੂ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਅੰਦਰ, ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ, ਕਿਉਂਕਿ ਜਾਨੋ ਜੋਤ ਨਾ ਪੁੱਛੋ ਜਾਤੀ, आगे पूछो जाति आगे जात न है, जानो जोत न पूछो जाति आगे जात न है। केवल जोत नाल गुड़न दी गल सतगुरु गुरु नानक पातशाह जी ने ते बाकी गुरु साहबान ने कीती। इहो ही गल गुरु महाराज ने इशारे नाल समझा दिती ते कहन लगे जिहड़ा धर्म कुजियां दे अंदर बंद हो गया है, सतगुरु महाराज उस धर्म नूं कुजियां तो बाहर कढ़न वास्ते आए ने। ते आपां बचन भी कल दे परसों दे सुन रहे हाँ, या ही काज धरा हम जन्मंग समझ लेहो साधु सब मनमंग, धर्म चलावन संत उबारन दुष्सबन को मूल उपाड़न वाली गल। भीखन शाह की तसली हुई, मुरीदां की तसली हुई, बाकी सारे लोगों के अंदर भी शरधा छोटी ही बचपन विचों ही लोगों के प्रति बन गई। पटना साहिब की पावन धरती ते सतगुरु महाराज ने शिवदत्त ब्राह्मण के उत्ते कृपा की, जिहड़ा राम दा पुजारी है। ध्यान देवियो साध संगत, पर ज्यों ज्यों गुरु की कृपा का पात्र बनिया, शैंद गंगा के किनारे बह के सच उसकी झोली अंदर ना पैंदा जे गुरु गोबिंद सिंह जी महाराज बचपन के अंदर उस उत्ते कृपा ना करदे। अज ये कृपा का पात्र बनिया है, इसकी साध संगत पूजा लोग करते हैं। पर अज जदों रानी मैनी ते फतेह शाह आए, उन्होंने आखिया साडी अरदास करो रब सानू पुत्र की दात देवे। ते शिवदत्त कहन लगा जिस कोलों मैनू मिलिया कुछ उस कोल जाके मंगो। कहन लगे वो कौन है? ते इशारा गुरु गोबिंद सिंह जी महाराज वाल कीतिया। कहन लगे किवें मिलांगे? कहन लगे जान की लौड़ नहीं, तुहाडे घर आणगे। ते साध संगत आख्या महाराज नूं केवल ते केवल याद करो। जदों घर बह के याद करते ने ना, ते सतगुरु महाराज साथियां दे सैत पहुंच गए। ते रानी मैने दियां अखां ते हथ रख के आखन लगे मां मैं आ गया हाँ। जिहड़ा नाम चिरां तो सुनन दी ओ साध संगत इच्छा रखदी सी, ओ जदों नाम सुनिया कहन लगी पुत्र एक वारी होर कहो। मां मां शब्द जदों उचारण कीता ते पुत्र दा मोह अंदरों सतगुरु महाराज ने खत्म कर दिता। केवल ते केवल गुरु दे प्यार अंदर भिज गई। छोलियां ते पूड़ियां दा प्रसाद
ਅੱਜ ਵੀ ਉਸ ਗੁਰੂ ਘਰ ਦੇ ਅੰਦਰ ਬਣਦਾ ਹੈ। ਤੇ ਸਤਿਗੁਰੂ ਮਹਾਰਾਜ ਦੇ ਇੱਥੇ ਹੀ ਜਗਤਾ ਸੇਠ, ਰਹੀਮ ਬਖਸ਼, ਕਰੀਮ ਬਖਸ਼ ਜਿਹੜੇ ਮੁਸਲਮਾਨ ਨੇ ਉਹ ਵੀ ਗੁਰੂ ਦੇ ਪਿਆਰ ਵਿੱਚ ਜੁੜੇ। ਪਰ ਇੱਧਰ ਸਾਧ ਸੰਗਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਚਾਰ ਦੌਰਾ ਖਤਮ ਕਰਕੇ ਚੱਕਰ ਧੁਜ ਜਿਹੜਾ ਆਹੋਮੀਆਂ ਦਾ ਰਾਜਾ ਹੈ ਤੇ ਰਾਜਾ ਰਾਮ ਸਿੰਘ ਹੈ, ਇਹਨਾਂ ਦਾ ਅਸਾਮ ਦੇ ਅੰਦਰ ਜਿਹੜਾ ਝਗੜਾ ਚੱਲਦਾ ਸੀ, ਖੂਨ ਖਰਾਬਾ ਹੁੰਦਾ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿੱਚ ਪੈ ਕੇ ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾਈ ਤੇ ਆਪਣੀਆਂ ਆਪਣੀਆਂ ਹੱਦਾਂ ਤੇ ਟਿਕਣ ਦੀ ਗੱਲ ਕਹਿ ਕੇ ਮਹਾਰਾਜ ਵਾਪਸ ਆ ਗਏ। ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬਾਅਦ ਪੰਜਾਬ ਦੀ ਧਰਤੀ ਵੱਲ ਤੁਰ ਪਏ। ਪਰਿਵਾਰ ਇੱਥੇ ਟਿਕਿਆ ਹੋਇਆ ਹੈ ਕਿਉਂਕਿ ਔਰੰਗਜ਼ੇਬ ਨੇ ਸ਼ੇਰ ਅਫਗਾਨ ਜਿਹੜਾ ਉਸ ਵੇਲੇ ਸਾਧ ਸੰਗਤ ਕਸ਼ਮੀਰ ਦਾ ਸੂਬਾ ਸੀ, ਉਸ ਦੇ ਰਾਹੀਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਚੱਕਰ ਚਲਾਇਆ ਹੋਇਆ ਸੀ। ਸਤਿਗੁਰੂ ਮਹਾਰਾਜ ਨੇ ਸਾਰੇ ਹਾਲਾਤ ਵੇਖੇ ਤੇ ਹਾਲਾਤ ਵੇਖਣ ਤੋਂ ਬਾਅਦ ਸਤਿਗੁਰਾਂ ਨੇ ਪਰਿਵਾਰ ਬੁਲਾ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੁਰ ਪਏ ਤੇ ਸਾਧ ਸੰਗਤ ਪਹਿਲਾਂ ਦਾਨਾਪੁਰ ਆਏ। ਇੱਥੇ ਆ ਕੇ ਅੱਜ ਵੀ ਸਾਧ ਸੰਗਤ ਹਾਂਡੀ ਵਾਲੀ ਸੰਗਤ ਜਿਸ ਵਿੱਚ ਖਿਚੜੀ ਰਿੰਨ ਕੇ ਖਵਾਈ ਸੀ, ਸਾਰੀਆਂ ਸੰਗਤਾਂ ਨੂੰ ਉਹ ਮਸ਼ਹੂਰ ਹੈ। ਰਸਤੇ ਨੂੰ ਤੈਅ ਕਰਦੇ ਕਰਦੇ ਮਹਾਰਾਜ ਲਖਨੌਰ ਸਾਹਿਬ ਆਏ। ਇੱਥੇ ਫਿਰ ਭੀਖਨ ਸ਼ਾਹ ਦਰਸ਼ਨ ਕਰਨ ਵਾਸਤੇ ਆਇਆ। ਆਰਫਦੀਨ ਪੀਰ ਜਿਹੜਾ ਹੈ ਉਹ ਵੀ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰਾਂ ਦੀ ਚਰਨਬੋਸ਼ੀ ਕੀਤੀ ਤੇ ਸਤਿਗੁਰੂ ਮਹਾਰਾਜ ਲਖਨੌਰ ਸਾਹਿਬ, ਮਰਦਮ ਸਾਹਿਬ ਜਿਹੜਾ ਅੰਬਾਲੇ ਦੇ ਕੋਲ ਪੈਂਦਾ ਹੈ, ਇੱਥੇ ਕੁਝ ਸਮਾਂ ਰਹੇ ਤੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਰਵਾਨਾ ਹੋਏ। ਤੇ ਸਾਧ ਸੰਗਤ ਜਦੋਂ ਪਿਤਾ ਨਹੀਂ ਗੁਰੂ ਤੇ ਸਿੱਖ ਦਾ ਮਿਲਾਪ ਹੋ ਰਿਹਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਕੇਵਲ ਪਿਤਾ ਨਹੀਂ, ਉਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਹੈ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਜਿਹੜੀ ਬਾਣੀ ਛੋਟੀ ਉਮਰ ਦੇ ਅੰਦਰ ਮਾਤਾ ਗੁਜਰ ਕੌਰ ਜੀ ਨੇ ਤੇ ਮਾਤਾ ਨਾਨਕੀ ਜੀ ਨੇ ਸੁਣਾ ਕੇ ਸਤਿਗੁਰੂ ਮਹਾਰਾਜ ਨੂੰ ਨਿਹਾਲ ਕੀਤਾ ਹੋਇਆ ਸੀ। ਕਹਿੰਦੇ ਨੇ ਅੱਜ ਆਨੰਦ ਸਾਹਿਬ ਦੀਆਂ 5 ਪੌੜੀਆਂ ਪਹਿਲੀਆਂ ਤੇ ਅਖੀਰਲੀ ਦਾ ਪਾਠ ਕੀਤਾ ਗਿਆ ਤੇ ਜਿਹੜਾ ਨਾਨਕੀ ਚੱਕ ਦੇ ਨਾਮ ਨਾਲ ਆਨੰਦਪੁਰ ਸਾਹਿਬ ਜਿਹੜਾ ਨਗਰ ਹੈ ਚੱਲ ਰਿਹਾ ਸੀ, ਉਸ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ। ਸਾਧ ਸੰਗਤ ਕਿਰਪਾ ਰਾਮ ਆ ਗਿਆ, ਉਹਨੇ ਆਪਣੇ ਧਰਮ ਦਾ ਵਾਸਤਾ ਪਾਇਆ। ਸਤਿਗੁਰਾਂ ਨੇ ਕੇਵਲ ਬਚਨ ਕਿਹਾ ਸੀ ਕਿ ਤੁਹਾਡਾ ਧਰਮ ਬਚਾਉਣ ਵਾਸਤੇ ਕਿਸੇ ਬਹੁਤ ਵੱਡੇ ਮਹਾਂਪੁਰਖ ਨੂੰ ਆਪਣਾ ਬਲੀਦਾਨ ਦੇਣਾ ਪਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਉਸ ਵੇਲੇ ਲਗਭਗ 9 ਸਾਲ ਦੇ ਹੋ ਚੁੱਕੇ ਹਨ, ਹਰ ਤਰ੍ਹਾਂ ਦੀ ਵਿਦਿਆ, ਕਿਉਂਕਿ ਸਤਿਗੁਰਾਂ ਨੇ ਆਪ ਕਿਹਾ ਹੈ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਇਨ ਦੁਲਰਾਏ, ਕੀਨੀ ਅਨਕ ਭਾਂਤ ਤਨ ਰੱਛਾ, ਦੇਨੀ ਭਾਂਤ ਭਾਂਤ ਕੀ ਛਿੱਛਾ। ਜਿੱਥੇ ਸਾਡੇ ਨਾਲ ਲਾਡ ਲਡਾਏ ਗਏ, ਸਾਡੇ ਸਰੀਰ ਦਾ ਪਾਲਣ ਪੋਸ਼ਣ ਕੀਤਾ ਗਿਆ, ਤਰ੍ਹਾਂ ਤਰ੍ਹਾਂ ਦੀ ਜਿਹੜੀ ਵਿਦਿਆ ਹੈ ਉਹ ਸਾਨੂੰ ਦਿਵਾਈ ਗਈ। ਹਰ ਤਰ੍ਹਾਂ ਦੀ ਪੜ੍ਹਾਈ ਸਤਿਗੁਰੂ ਮਹਾਰਾਜ ਨੇ ਪੜ੍ਹੀ, ਕਿਉਂਕਿ ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ। ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਪੰਜਾਬੀ, ਉਹਨਾਂ ਦੀ ਪਾਵਨ ਬਾਣੀ ਦੇ ਵਿੱਚੋਂ ਡੁੱਲ ਡੁੱਲ ਪੈਂਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਅੰਦਰ ਪ੍ਰਿੰਸੀਪਲ ਸਤਬੀਰ ਸਿੰਘ ਦੇ ਲਿਖਣ ਮੁਤਾਬਕ ਜਿਹੜਾ ਪੋਥੀ ਪਰਮੇਸ਼ਰ ਕੇ ਥਾਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ, ਇਹਨੂੰ ਜ਼ਬਾਨੀ ਯਾਦ ਕਰ ਲਿਆ ਸੀ। ਫਿਰ ਧਿਆਨ ਦੇਵਿਓ, ਕਿਰਪਾ ਰਾਮ ਨੇ ਵਾਸਤਾ ਪਾਇਆ। ਸਤਿਗੁਰਾਂ ਨੇ ਆਖਿਆ ਮਹਾਰਾਜ ਇਹ ਲੋਕ ਕੌਣ ਨੇ? ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦਾ ਧਰਮ ਖਤਰੇ ਦੇ ਅੰਦਰ ਹੈ, ਕਿਵੇਂ ਬਚ ਸਕਦਾ ਹੈ? ਕੋਈ ਮਹਾਂਪੁਰਸ਼ ਆਪਣੇ ਸਰੀਰ ਦਾ ਬਲਿਦਾਨ ਦੇਵੇ। ਸਤਿਗੁਰਾਂ ਨੇ ਨਾਲ ਹੀ ਇਹ ਬਚਨ ਕਿਹਾ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ? ਜੇ ਤੁਹਾਡਾ ਬਲਿਦਾਨ ਦਿੱਤਿਆ, ਕੁਰਬਾਨੀ ਦਿੱਤਿਆ, ਇਹਨਾਂ ਦਾ ਧਰਮ ਬਚਦਾ ਹੈ, ਆਪ ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਗਦਗਦ ਹੋਏ, ਕਿਰਪਾ ਰਾਮ ਨੂੰ ਕਹਿ ਦਿੱਤਾ ਕਿ ਔਰੰਗਜ਼ੇਬ ਨੂੰ ਜਾਂ ਸ਼ੇਰ ਅਫਗਾਨ ਨੂੰ ਸਾਡਾ ਸੁਨੇਹਾ ਪਹੁੰਚਾ ਦਿਓ। ਸਾਡੇ ਆਗੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੇ ਉਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵਾਂਗੇ। ਸਾਧ ਸੰਗਤ ਸਤਿਗੁਰਾਂ ਨੂੰ ਸੱਦਿਆ ਗਿਆ। ਸਤਿਗੁਰੂ ਮਹਾਰਾਜ ਦਿੱਲੀ ਗਏ। ਸਤਿਗੁਰੂ ਦੀ ਸ਼ਹਾਦਤ ਤੋਂ ਪਹਿਲਾਂ 3 ਸਿੱਖ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਸ਼ਹੀਦ ਕੀਤੇ ਗਏ। ਸਤਿਗੁਰਾਂ ਦੀ ਸ਼ਹਾਦਤ ਹੋਈ।
ਸਤਿਗੁਰੂ ਮਹਾਰਾਜ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਨ ਦਿੱਤਾ। ਲੱਖੀ ਸ਼ਾਹ ਨੇ ਸਤਿਗੁਰਾਂ ਦੇ ਸਰੀਰ ਦਾ ਜਿਹੜਾ ਹੈ ਉਹ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ। ਅੱਜ ਧਿਆਨ ਦੇਵਿਓ, ਸਤਿਗੁਰੂ ਮਹਾਰਾਜ ਨੇ ਪਿਤਾ ਦੀ ਮੌਤ ਤੋਂ ਬਾਅਦ ਸੰਗਤਾਂ ਨੂੰ ਧੀਰਜ ਦਿੱਤਾ ਤੇ ਆਖਿਆ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਸਭਨਾਂ ਨੂੰ ਹੌਸਲਾ ਦਿੱਤਾ। ਤੇ ਮਾਤਾ ਗੁਜਰ ਕੌਰ ਦੀ ਹਿੰਮਤ ਵੇਖੋ, ਜਦੋਂ ਸੀਸ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਆਖਣ ਲੱਗੀ, ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਵੇ। ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਸ਼ਹਾਦਤ ਤੋਂ ਬਾਅਦ ਕੁਝ ਸਮਾਂ ਜਿਹੜਾ ਹੈ ਉਹ ਸ਼ਾਂਤੀ ਦੇ ਨਾਲ ਇੱਥੇ ਬਤੀਤ ਕੀਤਾ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਗਏ, ਕਿਉਂਕਿ ਫਤਿਹ ਸ਼ਾਹ ਗੜਵਾਲੀਆ ਮੇਦਨੀ ਪ੍ਰਕਾਸ਼ ਦੇ ਨਾਲ ਵੈ ਵਿਰੋਧ ਕਰਦਾ ਸੀ। ਭੀਮ ਚੰਦ ਦਾ ਉਹ ਕੁੜਮ ਸੀ ਤੇ ਆਪਣੇ ਕੁੜਮ ਦੇ ਸਾਧ ਸੰਗਤ ਰੋਬ ਨਾਲ ਮੇਦਨੀ ਪ੍ਰਕਾਸ਼ ਦਾ ਇਲਾਕਾ ਉਹ ਆਪਣੇ ਕਬਜ਼ੇ ਦੇ ਅੰਦਰ ਕਰ ਰਿਹਾ ਸੀ। ਉਹਨੇ ਵੇਖਿਆ ਰਾਮ ਰਾਏ ਫਤਿਹ ਸ਼ਾਹ ਦੇ ਨਾਲ ਹੈ ਤੇ ਗੁਰੂ ਮਹਾਰਾਜ ਨੂੰ ਉਹਨੇ ਸੱਦਾ ਦੇ ਦਿੱਤਾ। ਸਤਿਗੁਰੂ ਮਹਾਰਾਜ ਪਹੁੰਚ ਗਏ, ਪੌਂਟਾ ਸਾਹਿਬ ਨਗਰ ਵਸਾਇਆ ਗਿਆ। ਬੇਸ਼ੱਕ ਭੀਮ ਚੰਦ ਦੀ ਨੀਅਤ ਇਹ ਸੀ ਕਿ ਜਦੋਂ ਜਾਣਾ ਹੈ ਲੰਘਦਿਆਂ ਨਗਰ ਨੂੰ ਉਜਾੜ ਦਿੱਤਾ ਜਾਵੇ, ਪਰ ਸਤਿਗੁਰੂ ਮਹਾਰਾਜ ਨੇ ਕੇਵਲ ਉਸ ਦੇ ਪੁੱਤਰ ਅਜਮੇਰ ਚੰਦ ਨੂੰ ਰਸਤਾ ਦਿੱਤਾ, ਇੱਕ ਮਸਤਰੀ ਨੂੰ ਰਸਤਾ ਦਿੱਤਾ, ਜਿਹੜਾ ਸ਼੍ਰੀਨਗਰ ਟਾਈਮ ਨਾਲ ਪਹੁੰਚ ਗਿਆ, ਵਿਆਹ ਹੋ ਗਿਆ। ਤੇ ਫਤਿਹ ਸ਼ਾਹ ਨੂੰ ਇਹ ਸਾਰਾ ਕੁਝ ਵੇਖ ਕੇ ਖੁਸ਼ੀ ਵੀ ਹੈ, ਪਰ ਨਾਲ ਭੀਮ ਚੰਦ ਜਦੋਂ ਵਲਾ ਪਾ ਕੇ ਰੇਟ ਪੌੜਿਆ ਤੇ ਸਾਧ ਸੰਗਤ ਉਹਨੇ ਖਾ ਮਖਾ ਗੁਰੂ ਮਹਾਰਾਜ ਦੇ ਨਾਲ ਲੜਾਈ ਜਿਹੜੀ ਹੈ ਉਹ ਆਰੰਭ ਕਰ ਲਈ। ਧਿਆਨ ਦੇਵਿਓ, ਪੌਂਟਾ ਸਾਹਿਬ ਦੇ ਨੇੜੇ ਭੰਗਾਨੀ ਦਾ ਯੁੱਧ ਜਿਹੜਾ ਹੋਇਆ, ਅੱਜ ਵੀ ਆਪਾਂ ਉੱਥੇ ਪੜ੍ਹਦੇ ਹਾਂ। ਜਿੱਤ ਪ੍ਰਾਪਤ ਕਰ ਲਈ ਕੋਲ ਕੌਣ ਹਨ? ਕੋਈ ਜੱਦੀ ਸੂਰਮੇ ਨਹੀਂ। ਜਿਹੜੇ ਪਠਾਨ ਪੀਰ ਬੁੱਧੂ ਸ਼ਾਹ ਨੇ ਰਖਾਏ ਸੀ ਉਹ ਵੀ ਮੌਕੇ ਤੇ ਧੋਖਾ ਦੇ ਗਏ। ਬੇਸ਼ੱਕ ਇਸ ਲੜਾਈ ਦੇ ਅੰਦਰ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਦੇ ਸਹਿਤ, ਆਪਣੇ ਮੁਰੀਦਾਂ ਦੇ ਸਹਿਤ ਪਹੁੰਚਿਆ, ਲੜਾਈ ਹੋਈ, ਜਿੱਤ ਪ੍ਰਾਪਤ ਹੋ ਗਈ। ਪਰ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮੈਂ ਆਪਣੇ ਜ਼ੋਰ ਨਾਲ ਜਿੱਤ ਪ੍ਰਾਪਤ ਕੀਤੀ ਹੈ, ਨਹੀਂ, ਕਹਿੰਦੇ ਨੇ ਜੀਤ ਭਈ ਮੇਰੀ ਕਿਰਪਾ ਕਾਲ ਕੇਰੀ। ਜਿੱਤ ਮੇਰੀ ਹੋਈ ਹੈ, ਪਰ ਜਿਹੜੀ ਕਿਰਪਾ ਹੋਈ ਹੈ ਅਕਾਲ ਪੁਰਖ ਦੀ ਵਰਤੀ ਹੈ। ਇਸੇ ਜਗ੍ਹਾ ਤੇ ਸਤਿਗੁਰੂ ਮਹਾਰਾਜ ਨੇ ਅਕਾਲ ਉਸਤਤ ਬਾਣੀ ਤੇ ਹੋਰ ਬਾਣੀਆਂ ਜਿਹੜੀਆਂ ਨੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਉਚਾਰਨ ਕੀਤੀ ਆ। ਦਸਤਾਰ ਸਜਾਨ ਦਾ ਸਥਾਨ ਅੱਜ ਵੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਬਣਿਆ ਹੋਇਆ ਹੈ। ਸਤਿਗੁਰੂ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਸਾਧ ਸੰਗਤ ਸਾਰੇ ਪਾਸੇ ਸੱਦੇ ਭੇਜ ਕੇ ਬਹੁਤ ਵੱਡਾ ਇਕੱਠ ਕੀਤਾ। ਤੇ ਜਿਵੇਂ ਪਹਿਲਾਂ ਪੰਜਾਂ ਦੀ ਚੋਣ ਕੀਤੀ, ਪੰਜਾਂ ਤੋਂ ਬਾਅਦ ਉਹਨਾਂ ਕੋਲੋਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਸਾਧ ਸੰਗਤ ਜਿਹੜੀਆਂ ਰਹਿਤਾਂ ਕੁਰੈਤਾਂ ਉਹਨਾਂ ਨੂੰ ਦੱਸੀਆਂ ਗਈਆਂ ਵੀ ਆਹ ਕੁਰੈਤਾਂ ਨਹੀਂ ਕਰਨੀਆਂ, ਆਹ ਰਹਿਤਾਂ ਆਪਣੇ ਜੀਵਨ ਦੇ ਅੰਦਰ ਕਰਨੀਆਂ ਹਨ। ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਤੇ ਸਤਿਗੁਰੂ ਮਹਾਰਾਜ ਨੇ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਅੰਦਰ ਲੜਾਈਆਂ ਕੀਤੀਆਂ ਨੇ। 14 ਲੜਾਈਆਂ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕੀਤੀਆਂ। ਲਾਲਾ ਦੌਲਤ ਰਾਏ ਨੇ ਬੜਾ ਸੁੰਦਰ ਕਥਨ ਕੀਤਾ ਹੈ। ਉਹ ਕਹਿੰਦੇ ਨੇ ਜਿਹੜੀ ਲੜਾਈ ਹੋਈ ਹੈ ਤ੍ਰੇਤੇ ਦੇ ਅੰਦਰ, ਰਾਮਾਇਣ ਦੇ ਹਿਸਾਬ ਨਾਲ ਉਹ ਦੋ ਇਸਤਰੀਆਂ ਦੇ ਹੀ ਆਲੇ ਦੁਆਲੇ ਘੁੰਮਦੀ ਏ, ਜਾਂ ਸੀਤਾ ਤੇ ਜਾਂ ਸਰੂਪਨਖਾ। ਤੇ ਕਹਿੰਦੇ ਨੇ ਜਿਹੜੀ ਮਹਾਭਾਰਤ ਦਾ ਯੁੱਧ ਹੋਇਆ ਉਹ ਕੇਵਲ ਤੇ ਕੇਵਲ ਦਰੋਪਤੀ ਦੇ ਜਿਹੜਾ ਨਾ ਚੁਗਿਰਦੇ ਪਰਕਰਮਾ ਕਰਦਾ ਹੈ, ਕਿਉਂਕਿ ਜ਼ਰ ਜ਼ੋਰੂ ਜ਼ਮੀਨ ਦੀ ਖਾਤਰ ਲੜਾਈਆਂ ਹੁੰਦੀਆਂ ਰਹੀਆਂ। ਪਰ ਸਤਿਗੁਰੂ ਮਹਾਰਾਜ ਨੇ ਜਿਹੜੀਆਂ ਲੜਾਈਆਂ ਆਪਣੇ ਜੀਵਨ ਦੇ ਅੰਦਰ ਕੀਤੀਆਂ ਹਨ, ਉਹਨਾਂ ਦੇ ਅੰਦਰ ਜ਼ਰ ਜ਼ੋਰੂ ਜ਼ਮੀਨ ਦੀ ਗੱਲ ਨਹੀਂ, ਕੇਵਲ ਤੇ ਕੇਵਲ ਧਰਮ ਯੁੱਧ ਕੇ ਚਾਏ ਦੀ ਗੱਲ ਹੈ। ਕਿਉਂਕਿ ਦੇਸ਼ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬ ਹੋਣਾ ਡਰੂ ਵਾਲੀ ਗੱਲ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕੀਤੀ। ਤੇ ਸਾਰੀਆਂ ਲੜਾਈਆਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ। ਆਪ ਜੀ ਨੂੰ ਪਤਾ ਹੋਵੇਗਾ ਰਵਾਲ ਸਰ ਦੇ ਅਸਥਾਨ ਤੇ ਸਤਿਗੁਰੂ ਮਹਾਰਾਜ ਨੇ ਪਹਾੜੀ ਰਾਜਿਆਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਉਹਨਾਂ ਨੂੰ ਸਮਝਾਇਆ, ਆਓ ਜਿਹੜਾ ਗੁਲਾਮੀ ਦਾ ਜੂਲਾ
ਤੁਸੀਂ ਆਪਣੇ ਕੰਧਿਆਂ ਤੇ ਚੁੱਕਿਆ ਹੋਇਆ ਹੈ, ਫੰਦਾ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਹੈ। ਆਪਾਂ ਸਾਰੇ ਮਿਲ ਕੇ ਇਸ ਗੁਲਾਮੀ ਦੇ ਫੰਦੇ ਨੂੰ ਕੱਟੀਏ। ਪਰ ਇਹ ਲੋਕ ਆਪਣੀਆਂ ਉਹਨਾਂ ਪੁਰਾਣੀਆਂ ਰੀਤਾਂ ਰਿਵਾਜਾਂ ਦੇ ਵਿੱਚ ਹੀ ਫਸੇ ਰਹਿ। ਕਹਿਣ ਲੱਗੇ ਅੰਮ੍ਰਿਤ ਛਕਾਂਗੇ, ਪਰ ਨੀਵੀਂ ਜਾਤ ਵਾਲਿਆਂ ਦੇ ਨਾਲ ਮਿਲ ਕੇ ਨਹੀਂ। ਅਸੀਂ ਵੱਖਰਾ ਅੰਮ੍ਰਿਤ ਛਕਣ ਦੇ ਲਈ ਤਿਆਰ ਹਾਂ, ਪਰ ਕਰਮ ਕਾਂਡ ਅਸੀਂ ਉਸੇ ਤਰ੍ਹਾਂ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਹਾਡੇ ਵਰਗਿਆਂ ਦੀ ਸਾਨੂੰ ਲੋੜ ਨਹੀਂ, क्योंकि जिनकी जात और किलमाही सरदारी ने भई कदाही, तिनको मैं सरदार बनाऊं तबे गोबिंद सिंह नाम कहाऊं। पहला पहाड़ियां ने लड़ाइयां कीतियां, फिर जेरे सूबेदार ਹਨ जिन्ने भी, भावें वो वजीर खां है, भावें जबरदस्त खां है, इन्हां सारियां ने मिल के सतगुरु महाराज दे उत्ते अखीरला हल्ला, जिन्हों आपां आनंदपुर साहिब दी चौथी लड़ाई कहने आ, सतगुरु महाराज दे नाल कीती। लंबा घेरा पिया रहा, इस विच भी इन्हां नूं जित प्राप्त नहीं होई। भावें इन्हां ने गऊ दियां, गीता दियां या कुरान दियां कसमां खादियां, पर कसमां सारियां भुल गए। मैं कई बारी लाला दौलत राय की गल करदा हाँ, वो आखदे ने वेखो गुरु गोबिंद सिंह जी महाराज सच्चे पातशाह जदों इब्राहिम पीर साध संगत सतगुरु महाराज की शरण विच आया, अमृत छकिया, अजमेर सिंह बन गया, ते उसदे जिहड़े मुरीद सन उन्हां ने आखिया भी बहुत वड्डी तुसी गलती कीती है। ते पीर ने एक सवाल किया, कहन लगे ये दसो कुरान की कसम खा के मुकर जान वाला ठीक है, या जेड़ा उस कसम के उत्ते इतबार करके सब कुछ छड़ देंदा है वो ठीक है? कहन लगे ठीक है जेड़ा कुरान की कसम नूं अपने जीवन के अंदर निभांदा है, ठीक वो नहीं जेड़ा कसम खा के मुकर जाता है। ते कहन लगे मैं इसे वास्ते कलगीधर महाराज की कृपा का पात्र बनिया ते ओ छड्ड के इस धर्म के अंदर आया हाँ। मैं बेनती कर रहा साध संगत, आनंदपुर साहिब छड्डिया, सतगुरु महाराज सरसा के किनारे जिवें युद्ध होया, चमकौर का युद्ध होया, इस बारे आप जी पहला लंबी विचार सुन चुके हो। फिर जिवें सरहंद के अंदर साहिबजादे शहीद किए गए, सतगुरु महाराज चमकौर की गढ़ी दे विचों जिवें निकल के माछीवाड़े के जंगलों विचों होंदे होए जिवें वध रहे हैं मालवे वाल, ते डल्ले कोल पहुंचण तो पहला साध संगत मुगतसर की जंग जिहड़ी है ये भी होई, जिहड़ी माघी वाले दिन आपां आम तौर ते इतिहास साझा करदे हां। इत्थे भी सतगुरु महाराज सच्चे पातशाह अपने प्यारियां दे उत्ते कृपा करके जिवें साध संगत उन्हां नूं संस्कार करन तो बाद मुक्तियां दा खिताब दे के सतगुरु महाराज अगे गए। रस्ते दे अंदर जिहड़े बराड़ सन उन्हां ने तनख्वाह मंग लिया। महाराज कहन लगे या सिक्खी रख लो या तनख्वाह लै लो। कहन लगे महाराज जी सिक्खी अपने कोल रखो, सानू तनख्वाह चाहिदियां ने। सतगुरु महाराज ने मौके ते उन्हां नूं तनख्वाह दित्तियां। भाई दान सिंह सामने आए, कहन लगे दान सिंह तू भी अपनी तनख्वाह लै ला। कहन लगा नहीं सतगुरु मैनू तनख्वाह नहीं चाहिदी, मैनू सिक्खी चाहिदी है, मैनू अपने चरणों के नाल जोड़ो, अपनी कृपा के पात्र बनाओ। सतगुरु महाराज ने एक गल कही सी, आखिया सी मां सिंह ने माझे दी रख लई तू मालवे दी रख लई। ध्यान देवियो उन्हां ने माझे दी रख लई तू मालवे दी रख लई। इत्थों सतगुरु महाराज भाई डल्ले दे कोल गए। भाई डल्ले दे कोल रहिंदियां सतगुरु महाराज ने इलाके दे अंदर अमृत भी छकाया ते साध संगत भाई डल्ले ने परिवार दे सहित सतगुरु की कृपा प्राप्त की। इत्थों सतगुरु महाराज सच्चे पातशाह जिवें औरंगजेब नूं साध संगत मिलन वास्ते तुरदे हन, क्योंकि भाई दया सिंह ते भाई मान सिंह पहला गए हुए हैं औरंगजेब नूं जफरनामा चिट्ठी देन वास्ते। सतगुरु महाराज ने अपना सफ़र आरंभ किया, पर जिवें साध संगत रस्ते दे अंदर ये सुनिया मिला कि औरंगजेब मौत के घाट उतर गया, मर चुका है, तो उसके बच्चियां दे अंदर राज प्राप्त करने के लिए जद्दोजहद है। सतगुरु महाराज ने अपना रस्ता वखरा अपनाया ते जिवें सतगुरु महाराज साध संगत गए हैं नादेड़ दे अंदर, वो जगह जिथे बंदा सिंह बहादुर बंदा बरागी के रूप विच अपना तप कर रहा है, अपना इत्थे जिहड़ा समा लंघा रहा है। सतगुरु महाराज जिवें इस नूं जाके मिले,
ਤੇ ਇਹਨੂੰ ਆਪਣਾ ਬੰਦਾ ਬਣਾਇਆ, ਅੰਮ੍ਰਿਤ ਛਕਾਇਆ। ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਇਹ ਮਸ਼ਹੂਰ ਹੋਇਆ। ਇਹ ਪੰਜਾਬ ਦੀ ਧਰਤੀ ਤੇ ਆਇਆ। ਜਿਵੇਂ ਜਥੇਬੰਦ ਇਹਨਾਂ ਨੇ ਸਿੰਘਾਂ ਨੂੰ ਕੀਤਾ ਤੇ ਉਸ ਤੋਂ ਬਾਅਦ ਸਾਧ ਸੰਗਤ ਇਹਨਾਂ ਨੇ ਥੋੜੇ ਸਮੇਂ ਦੇ ਅੰਦਰ, ਕਿਉਂਕਿ 1708 ਦੇ ਅੰਦਰ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਉਹ ਵੀ ਆਪ ਜੀ ਨੂੰ ਪਤਾ ਹੋਵੇਗਾ, ਵਜ਼ੀਰ ਖਾਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਸੀ। ਉਹਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਮਹਾਰਾਜ ਬਹਾਦਰ ਸ਼ਾਹ ਦੇ ਨਾਲ ਮਿਲ ਰਹੇ ਨੇ ਤੇ ਪਹਿਲਾ ਨਿਸ਼ਾਨਾ ਮੈਂ ਹੀ ਗੁਰੂ ਮਹਾਰਾਜ ਦਾ ਹੋਵਾਂਗਾ। ਜਮਸ਼ੇਦ ਖਾਨ, ਗੁਲ ਖਾਨ, ਦੋ ਪਠਾਨ ਉਹਨੇ ਸਤਿਗੁਰੂ ਮਹਾਰਾਜ ਦੇ ਮਗਰ ਲਾਏ। ਜਿਵੇਂ ਸਤਿਗੁਰੂ ਮਹਾਰਾਜ ਦੇ ਉੱਤੇ ਵਾਰ ਹੋਇਆ, ਪਰ ਵਾਰ ਕਰਨ ਤੋਂ ਪਹਿਲਾਂ ਜਦੋਂ ਉਹ ਭਜਨ ਲੱਗਾ ਤੇ ਸਤਿਗੁਰੂ ਮਹਾਰਾਜ ਨੇ ਜਿਵੇਂ ਉਹਨੂੰ ਥਾਂ ਰੱਖ ਲਿਆ ਤੇ ਦੂਜੇ ਨੂੰ ਸਿੰਘਾਂ ਨੇ ਮਾਰ ਦਿੱਤਾ। ਮੈਂ ਬੇਨਤੀ ਕਰਾਂ, ਸਤਿਗੁਰੂ ਮਹਾਰਾਜ ਨੇ ਇਹ ਸਾਰਾ ਕੌਤਕ ਵਰਤਾਨ ਤੋਂ ਪਹਿਲਾਂ ਬੇਸ਼ੱਕ ਜ਼ਖਮ ਸੀਤਾ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਾਧ ਸੰਗਤ ਆਪਣੇ ਜੋਤੀ ਜੋ ਸਮਾਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾਇਆ। ਮੈਂ ਬੇਨਤੀ ਕਰਾਂਗਾ, ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਵਾਲੀ ਗੱਲ ਜੀਵਨ ਦੇ ਅੰਦਰ ਸਾਂਝੀ ਕਰੀਏ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਗੁਰੂ ਮਹਾਰਾਜ ਦਾ ਮਨਾਇਆ ਹੋਇਆ ਗੁਰਪੁਰਬ ਸਾਡੇ ਵਾਸਤੇ ਸਕਾਰਥਾ ਹੋ ਜਾਵੇਗਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ, ਨਾਲ ਹੀ ਸਮਾਪਤੀ ਹੈ ਜੀ। ਭਵਰ ਲੋਭੀ ਕੁਸਮ ਬਾਸ ਕਾ, ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।